ਵੈਲਕਮ ਬੈਕ ਫਰੈਂਡਸ, ਮੈਂ ਸਨੀ ਜੋਸ਼ੀ ਫੇਰ ਦੀ ਤੁਹਾਡਾ ਸਵਾਗਤ ਕਰਦਾ ਹੈਗਾ ਮੂਵਰਸ ਐਂਡ ਅਚੀਵਰਸ ਤੇ। ਮੂਵਰਸ ਐਂਡ ਅਚੀਵਰਸ ਜਿੱਦਾਂ ਅਸੀਂ ਪਹਿਲਾਂ ਵੀ ਕਿਹਾ, ਮੂਵਰਸ ਐਂਡ ਅਚੀਵਰਸ ਦੇ ਜ਼ਰੀਏ ਸਾਡਾ ਬੀੜਾ ਹੈਗਾ ਤੁਹਾਡੀ ਲਾਈਫ ਨੂੰ ਚੇਂਜ ਕਰਨ ਦਾ, ਖਾਸ ਕਰ ਜਿਹੜੇ ਸਾਡੇ ਯੂਥ ਹੈਗੇ ਆ। ਮੇਰੇ ਨਾਲ ਆ ਡਾਕਟਰ ਹਰਪ੍ਰੀਤ ਬਜਾਜ, ਔਰ ਇੱਕ ਵਾਰ ਫੇਰ ਦੀ ਤੁਹਾਡਾ ਸਵਾਗਤ ਕਰਦਾ। ਥੈਂਕ ਯੂ ਜੀ ਸਨੀ। ਡਾਕਟਰ ਸਾਹਿਬ, ਜਦ ਵੀ ਕੋਈ ਸਕਸੈਸਫੁਲ ਬੰਦਾ ਬਣਦਾ ਹੈਗਾ, ਯੂ ਨੋ, ਐਂਡ ਦੇ ਗੈਟ ਅਵਾਰਡਸ ਐਂਡ ਦੇ ਗੈਟ ਰਿਵਾਰਡਡ ਸਟੇਜ ਤੇ, ਦੇ ਕਮ ਐਂਡ ਰਿਸੀਵ ਅਵਾਰਡ ਐਂਡ ਦੇ ਆਲਵੇਜ਼ ਸੇ ਦੈਟ this has been my inspiration. So ਅਗਰ ਡਾਕਟਰ ਬਜਾਜ ਨੂੰ ਪੁੱਛਿਆ ਜਾਵੇ ਤੁਹਾਡੀ ਜ਼ਿੰਦਗੀ ਦਾ ਇੰਸਪੀਰੇਸ਼ਨ ਕੌਣ ਰਹੇ? ਸੋ ਮੇਰੇ ਇੰਸਪੀਰੇਸ਼ਨ ਮੇਰੇ ਡੈਡ ਹੈਗੇ ਨੇ ਸਨੀ ਜੀ। ਸੋ ਡੈਡ ਬਹੁਤ ਸਿੱਧੇ ਤੇ ਵੈਰੀ ਵੈਲ ਐਜੂਕੇਟਡ ਪਰਸਨ। ਉਹ ਫਲੋਰ ਇੱਕ ਲੁਧਿਆਣੇ ਦੇ ਨੇੜੇ ਪਿੰਡ ਹੈਗਾ, ਉੱਥੋਂ ਬਿਲੋਂਗ ਕਰਦੇ ਨੇ ਤੇ ਉੱਥੇ ਉਹਨਾਂ ਦੀ ਸਕੂਲਿੰਗ ਵਗੈਰਾ ਉੱਥੇ ਹੋਈ। ਜ਼ਿਆਦਾ ਰਿਸੋਰਸਿਸ ਨਹੀਂ ਹੈਗੇ ਸੀ ਪਿੰਡ ਵਿੱਚ, ਪਰ ਫਿਰ ਵੀ ਉਹਨਾਂ ਨੇ ਬਹੁਤ ਇਹ ਚਾਹਿਆ ਕਿ ਮੈਂ ਐਜੂਕੇਸ਼ਨ ਜਿਹੜੀ ਹੈਗੀ ਹੈ ਪੂਰੀ ਕਰਾਂ ਤੇ ਉਹਨਾਂ ਨੇ ਪੰਜਾਬ ਇੰਜੀਨੀਅਰਿੰਗ ਕਾਲਜ ਤੋਂ ਇੰਜੀਨੀਅਰਿੰਗ ਪੂਰੀ ਕੀਤੀ ਉਸ ਟਾਈਮ ਤੇ। ਅਮੇਜ਼ਿੰਗ। ਐਂਡ ਉਸ ਤੋਂ ਬਾਅਦ ਉਹ ਦਿੱਲੀ ਵਿੱਚ ਆ ਕੇ ਮਿਊਨਿਸਪਲ ਕਾਰਪੋਰੇਸ਼ਨ ਆਫ ਦਿੱਲੀ ਵਿੱਚ ਉਹਨਾਂ ਨੇ ਜੌਬ ਸ਼ੁਰੂ ਕੀਤੀ ਤੇ ਸੁਪਰਿੰਟੈਂਡੈਂਟ ਇੰਜੀਨੀਅਰ ਹੋ ਕੇ ਫਿਰ ਉਹ ਰਿਟਾਇਰ ਹੋਏ ਨੇ। ਸੋ ਹੀ ਇਜ਼ ਬੀਨ ਮਾਈ ਇੰਸਪੀਰੇਸ਼ਨ ਆਈ ਵੁੱਡ ਸੇ। ਜੀ, ਜਿੱਥੇ ਫਾਦਰ ਦੀ ਗੱਲ ਕੀਤੀ ਆ, ਮੈਂ ਤੁਹਾਨੂੰ ਆਫ 에ਅਰ ਵੀ ਕਈ ਵਾਰ ਗੱਲ ਕੀਤੀ ਆ, ਯੂ ਸਪੀਕ ਅ ਲੋਟ ਅਬਾਊਟ ਯੋਰ ਮਦਰ। ਤੁਸੀਂ ਯੂ ਨੋ ਯੂ ਸੈਡ ਦਿਸ ਕਿ the best person on this planet you know is your mother. ਉਹਨਾਂ ਦੇ ਬਾਰੇ ਵੀ ਕੁਝ ਦੱਸੋ ਜੀ। ਉਹ ਮੇਰੇ ਪਿਲਰ ਆਫ ਸਟਰੈਂਥ ਹੈਗੇ ਨੇ। ਮਤਲਬ ਕਿ ਮੈਨੂੰ ਜਦੋਂ ਵੀ ਕੁਝ ਵੀ ਲੱਗਦਾ ਹੈ ਕਿ ਮੈਨੂੰ ਕੁਝ ਪਰੇਸ਼ਾਨੀ ਆ ਰਹੀ ਹੈਗੀ ਤੇ ਜੇ ਉਹ ਨਾਲ ਹੋਣ ਚਾਹੇ ਨਹੀਂ ਹੋਣ, ਮੈਂ ਉਹਨਾਂ ਨੂੰ ਇਮੇਜਿਨ ਕਰ ਲੈਣਾ ਕਿ ਉਹ ਮੈਨੂੰ ਕਿਵੇਂ ਸਪੋਰਟ ਕਰਨਗੇ। ਤੇ ਸ਼ੀ ਇਜ਼ ਵੈਰੀ ਰਿਲੀਜੀਅਸ ਤੇ ਬਹੁਤ ਹੀ ਯੂ ਨੋ ਸੁਲਝੇ ਹੋਏ ਉਹਨਾਂ ਦੇ ਵਿਚਾਰ ਹੈਗੇ ਨੇ। ਸ਼ੀ ਹੈਜ਼ ਅ ਐਜੂਕੇਸ਼ਨ ਬੈਕਗਰਾਊਂਡ, ਸੋ B.Ed ਉਹਨਾਂ ਨੇ ਕੀਤੀ ਹੈਗੀ ਆ, ਐਂਡ ਸ਼ੀ ਇਜ਼ ਦ ਬੈਸਟ ਪਰਸਨ ਔਨ ਅਰਥ ਐਂਡ ਦ ਬੈਸਟ ਕੁਕ ਔਨ ਅਰਥ ਐਜ਼ ਵੈਲ। ਵਾਓ, ਆਲ ਮਦਰਸ ਆਰ ਦ ਬੈਸਟ ਕੁਕਸ ਇਨ ਦ ਵਰਲਡ। ਡਾਕਟਰ ਸਾਹਿਬ, ਲੈਟਸ ਟਾਕ ਅ ਬਿਟ ਅਬਾਊਟ ਯੋਰ ਫੇਲਿਅਰਸ। ਆਈ ਵਾਂਟ ਪੀਪਲ ਟੂ ਨੋ ਕਿ ਜ਼ਰੂਰੀ ਨਹੀਂ ਹੁੰਦਾ ਕਿ ਜਿਹੜੀ ਇਹ ਸਾਡੀ ਜਰਨੀ ਆ ਬੈਡ ਆਫ ਰੋਜ਼ਸ ਹੀ ਹੋਵੇ। ਇਹਦੇ ਵਿੱਚ ਕਾਫੀ ਘਾਟੇ ਹੁੰਦੇ ਆ, ਕਾਫੀ ਫੇਲਿਅਰਸ ਹੁੰਦੇ ਆ। ਟੈਲ ਅਸ ਅ ਬਿਟ ਅਬਾਊਟ ਦੈਮ and how you overcame them. ਜੀ, ਸੋ ਫੇਲਿਅਰਸ ਬੇਸਿਕਲੀ ਸਾਨੂੰ ਟੀਚ ਕਰਦੇ ਕਿ ਅੱਗੇ ਜਾ ਕੇ ਅਸੀਂ ਉਹਨਾਂ ਨੂੰ ਯੂ ਨੋ ਇੰਪਰੂਵ ਕਰ ਸਕੀਏ ਤੇ ਵੀ ਕੈਨ ਓਵਰਕਮ ਦ ਚੈਲੰਜਸ, ਰਾਈਟ? ਸੋ ਦ ਫਰਸਟ ਫੇਲਿਅਰ ਆਈ ਵੁੱਡ ਸੇ ਵਾਜ਼ ਜਦੋਂ ਮੈਂ 12th ਗ੍ਰੇਡ ਕੀਤੀ, ਪਹਿਲੀ ਵਾਰੀ ਮੈਂ ਦਿੱਲੀ PMT ਵਿੱਚ ਐਗਜ਼ਾਮ ਦਿੱਤਾ, ਆਈ ਡਿਡ ਨਾਟ ਗੈਟ ਥਰੂ। Really? Yes. ਐਂਡ ਸੋ ਫਰਸਟ ਈਅਰ ਮੈਂ ਕਿਹਾ ਮੈਂ ਤਾਂ ਕਰਨਾ ਹੀ ਕਰਨਾ ਹੈਗਾ, ਡਿਟਰਮੀਨੇਸ਼ਨ ਹੈਗੀ ਸੀ। ਸੋ ਮੈਂ ਪੂਰਾ ਸਾਲ ਪੜ੍ਹਾਈ ਕੀਤੀ ਐਂਡ ਸੈਕੰਡ ਈਅਰ ਵਿੱਚ ਆਈ ਗਾਟ ਥਰੂ। ਸੋ that was the first failure I would say. But then it taught me that you know I can achieve it and I did. So that was good. जी, recently Dr. Saab, I was watching actor Manoj Bajpayee the interview, or his story and your story are a little bit similar. Manoj Bajpayee ਵੀ ਜਿਹੜੇ ਆ NSD ਦੇ ਵਿੱਚ ਐਡਮਿਸ਼ਨ ਲੈਣ ਗਏ, 3 ਵਾਰ ਉਹਨਾਂ ਨੂੰ ਰਿਜੈਕਟ ਕਰ ਦਿੱਤਾ ਗਿਆ and he never made it to NSD. But today ਅਗਰ ਇੰਡੀਆ ਦੇ fine actors ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਨਾਂ ਆਉਂਦਾ। So obviously that failure must have made you really tough from within. Yeah, for sure. And ਐਵੇਂ ਹੁੰਦਾ ਕਿ you know ਸਕੂਲ ਵਿੱਚ I was known as the number 1 student ਕਿ ਹਰ ਵਾਰੀ number 1 ਆਣਾ। ਫਿਰ ਜਦੋਂ competition ਹੋਵੇ, you don't get through, then you take it up as a challenge and do your best to overcome that challenge. जी, what kind of challenges did you go through? क्योंकि from what I've read is कि ਤੁਸੀਂ ਦਿੱਲੀ ਤੋਂ ਪਹਿਲਾਂ ਅਮਰੀਕਾ ਆਏ, you were in Cleveland, I believe, you know, in that area. So from there to Canada, ਕਿਉਂ ਕਿੱਦਾਂ ਤੁਸੀਂ ਸੋਚਿਆ? Because initially ਤੁਹਾਡਾ plan ਸੀ to go back to India and practice medicine. ਜੀ, ਹੋਰ ਚੈਲੰਜ ਜਿਹੜੇ ਹੈਗੇ ਸੀ ਜੀ, ਅਮਰੀਕਾ ਵਿੱਚ ਵੀ ਕਾਫੀ ਚੈਲੰਜਸ ਹੈਗੇ ਸੀਗੇ, ਜਿਵੇਂ ਕਿ ਗੈਟਿੰਗ ਇਨਟੂ ਰੈਜ਼ੀਡੈਂਸੀ, ਜਿਹੜੀ ਕਿ ਅਸੀਂ ਸਪੈਸ਼ਲਾਈਜੇਸ਼ਨ ਕਹਿੰਦੇ ਹੈਗੇ ਆ। ਇਟਸ ਵੈਰੀ ਚੈਲੰਜਿੰਗ, ਸਪੈਸ਼ਲੀ ਫॉर ਅ ਫੋਰਨ ਮੈਡੀਕਲ ਗ੍ਰੈਜੂਏਟ, ਹੈ ਨਾ। US ਦੇ ਜਿਹੜੇ ਮੈਡੀਕਲ ਗ੍ਰੈਜੂਏਟ ਹੁੰਦੇ ਉਹਨਾਂ ਨੂੰ ਪ੍ਰੈਫਰੈਂਸ ਮਿਲਦੀ ਹੈਗੀ ਆ, ਰਾਈਟ? ਜਾਂ ਫਿਰ ਜਿਹੜੇ ਕੈਨੇਡਾ ਤੋਂ ਜਾਂਦੇ ਆ, ਕੈਰੀਬੀਅਨ ਤੋਂ ਜਾਂਦੇ, ਉਹਨਾਂ ਨੂੰ ਵੀ ਪ੍ਰੈਫਰੈਂਸ ਮਿਲਦੀ ਕਿਉਂਕਿ ਉਹਨਾਂ ਨੇ ਕੁਝ US ਵਿੱਚ ਰੋਟੇਸ਼ਨਸ ਕੀਤੀਆਂ ਹੁੰਦੀਆਂ, ਮੈਡੀਕਲ ਰੋਟੇਸ਼ਨਸ ਕੀਤੀਆਂ ਹੁੰਦੀਆਂ। ਸੋ ਦੈਟ ਵਾਜ਼ ਪਾਰਟ ਆਫ ਦ ਚੈਲੰਜ, ਬਟ ਦੈਨ ਅਗੇਨ ਯੂ ਨੋ ਆਈ ਕੈਪਟ ਯੂ ਨੋ ਸਟਰਗਲਿੰਗ ਥਰੂ ਦੈਟ ਐਂਡ achieve that. The idea ਜਦੋਂ ਮੈਂ US ਆਇਆ ਤੇ ਇਹ ਹੈਗਾ ਸੀਗਾ ਕਿ ਇੰਡੀਆ ਜਾ ਕੇ, ਦਿੱਲੀ ਜਾ ਕੇ ਆਪਣੀ ਕਲੀਨਿਕ ਉੱਥੇ ਖੋਲ੍ਹਣੀ ਹੈਗੀ ਆ ਤੇ ਉੱਥੇ ਜਾ ਕੇ ਆਪਣੇ ਯੂ ਨੋ ਦੇਸੀ ਲੋਕਾਂ ਦੇ ਨਾਲ, ਉਹਨਾਂ ਦੇ ਨਾਲ ਆਪਾਂ ਕੰਮ ਕਰਨਾ ਹੈਗਾ। ਦੈਟ ਵਾਜ਼ ਦ ਹੋਲ ਆਈਡੀਆ। ਬਿਕੋਜ਼ ਅਗੇਨ ਦ ਇੰਸਪੀਰੇਸ਼ਨ ਵਾਜ਼ ਕਿ ਡਾਇਬੀਟੀਜ਼ ਆਪਣੇ ਬੰਦਿਆਂ ਬਹੁਤ ਜ਼ਿਆਦਾ ਹੈਗੀ ਆ ਤੇ ਉਹਨਾਂ ਦੀ ਅਸੀਂ ਹੈਲਪ ਕਰਨੀ ਹੈਗੀ ਆ। ਬਟ ਦੈਨ ਯੂ ਨੋ ਆਫਟਰ 7 years in the US, 7 ਸਾਲ ਰਹਿ ਕੇ ਮੁਸ਼ਕਿਲ ਹੋ ਜਾਂਦਾ ਇੰਡੀਆ ਵਾਪਸ ਜਾਣਾ। ਸੋ ਦੈਟ ਵਾਜ਼ ਦ ਬੇਸਿਕ ਰੀਜ਼ਨ ਆਈ ਡਿਡ ਨਾਟ ਗੋ ਬੈਕ। ਆਈ ਐਕਚੁਅਲੀ ਲੁਕਡ ਐਟ ਇਟ। ਮੈਂ ਉੱਥੇ ਜਾ ਕੇ 1-2 ਇੰਟਰਵਿਊ
ਇੰਟਰਵਿਊਜ਼ ਵੀ ਕੀਤੇ, ਪਰ ਦੈਨ I said I'm not going to go back with the whole family, it's going to be tough. ਤੇ ਫਿਰ ਬ੍ਰੈਂਪਟਨ ਮਿਲ ਗਿਆ ਜੀ। ਬ੍ਰੈਂਪਟਨ ਜਿਹੜਾ ਹੈਗਾ ਬਿਲਕੁਲ ਇੰਡੀਅਨ ਕਲਚਰ ਹੈਗਾ, ਆਪਣਾ ਇੰਡੀਅਨ ਐਟਮੋਸਫੇਅਰ ਹੈਗਾ, ਤੇ ਉਹਦੇ ਨਾਲ ਵੈਸਟਰਨ ਸੋਸਾਇਟੀ ਹੈਗੀ, ਆਲ ਦ ਗੁੱਡ ਸਟਫ ਫਰਮ ਦ ਵੈਸਟਰਨ ਸੋਸਾਇਟੀ, ਸੇਫਟੀ ਇਜ਼ देयर ਐਜ਼ ਵੈਲ, which was primary reason. That's why I've been in Brampton for the last 6.5 years now. Serving the Bramptonians and the Peel region. और डॉक्टर साहब ਅੱਗੇ ਚੱਲ ਕੇ the next segment ਦੇ ਵਿੱਚ ਮੈਂ ਤੁਹਾਡੀ ਜਿਹੜੀ ਜਿੱਦਾਂ ਕਹਿੰਦੇ ਨਾ ਕਿ behind every successful man there's a woman standing there. Your mom's been a pillar of strength ਜਿੱਦਾਂ ਤੁਸੀਂ ਕਿਹਾ, but there's somebody else also in your life. ਔਰ ਤੁਸੀਂ ਇਹ ਵੀ ਜ਼ਿਕਰ ਕੀਤਾ ਸੀਗਾ ਕਿ she is the person, she is an MBA, ਉਹਨਾਂ ਦੇ ਕੋਲ MBA ਦੀ ਡਿਗਰੀ ਆ, but she supported you while you were going to school and she supported the family. So ਕੌਣ ਹੈਗੇ ਆ ਉਹਨਾਂ ਦੇ ਬਾਰੇ ਵੀ ਅੱਗੇ ਚੱਲ ਕੇ ਅਸੀਂ ਜ਼ਰੂਰ ਗੱਲਬਾਤ ਕਰਾਂਗੇ। ਥੋੜਾ ਜਿਹਾ ਹੋਰ ਆਪਣੇ ਪਰਿਵਾਰ ਦੇ ਬਾਰੇ ਸਾਨੂੰ ਦੱਸੋ। ਲਾਈਕ I know you're blessed with 2 beautiful daughters. Yeah, so that's the best part, right? Is 2 daughters, Amber and Arlene. Amber ਜਿਹੜੀ ਹੈਗੀ ਆ ਉਹ 9 ਸਾਲ ਦੀ ਹੈਗੀ ਆ, and Arlene is going to be 5 next month. So they're so loving and caring. Every time I reach home, hug ਕਰਨ ਆ ਜਾਂਦੀਆਂ ਨੇ। That's the best moment of the day. You know what? Let's take a very short break. I want to come back and speak to you about the most special person in your life, ਜਿਹਨੇ ਤੁਹਾਨੂੰ I believe mentally बहुत ज़्यादा help किया, in a way financially too help किया in this journey of life. Ladies and gentlemen, एक छोटा जा break लेने हैं। You're watching Movers and Achievers. We'll be right back.